ਜਿਹੜਾ ਜੀ ਇੰਡੀਅਨ ਮਾਰਕੀਟਿੰਗ ਇਨਵਾਇਰਮੈਂਟ ਕਰ ਰਹੇ ਹਾਂ ਆਪਾਂ, ਠੀਕ ਹੈ, ਇੰਡੀਅਨ ਮਾਰਕੀਟਿੰਗ ਇਨਵਾਇਰਮੈਂਟ, ਇਹਦੇ ਵਿੱਚ ਆਪਣੇ ਬੇਸਿਕਲੀ 4-5 ਕੰਪੋਨੈਂਟਸ ਨੇ ਮੇਨ, ਠੀਕ ਹੈ। ਅੱਗੇ ਉਹਨਾਂ ਦੇ ਸਬ ਪੁਆਇੰਟਸ ਹੈ, ਠੀਕ ਹੈ। ਜਿਵੇਂ ਆਪਾਂ ਕਰ ਲਿਆ ਸੀਗਾ ਫਸਟ ਕੰਪੋਨੈਂਟ ਕਰ ਲਿਆ ਸੀ ਆਪਾਂ ਇਕਨੋਮਿਕ ਇਨਵਾਇਰਮੈਂਟ, ਠੀਕ ਹੈ। ਇਹਦੇ ਵਿੱਚ ਆਪਾਂ ਕੀ ਪੜ੍ਹੀ ਸੀ ਕਿ ਇੰਡੀਆ ਦਾ इकोनॉमिक इन्वायरमेंट कंपोनेंट लिख लो, इकोनॉमिक कंपोनेंट, ठीक है। इकोनॉमिक कंपोनेंट ਇਹਦੇ ਵਿੱਚ ਕੀ ਹੈ ਕਿ ਇੰਡੀਆ ਵਿੱਚ ਇਕੋਨਮੀ ਕਿਹੋ ਜਿਹੀ ਹੈ, ਠੀਕ ਹੈ, ਉਹਦੀ ਪੋਪੂਲੇਸ਼ਨ ਕਿਹੋ ਜਿਹੀ ਹੈ, ਗ੍ਰੋਸ ਡੋਮੈਸਟਿਕ ਇਨਕਮ ਕਿੰਨੀ ਹੈ, ਐਗਰੀਕਲਚਰ 'ਤੇ ਡਿਪੈਂਡ ਕਰਦੀ ਕਿ ਇੰਡਸਟਰੀ 'ਤੇ, ਠੀਕ ਹੈ, ਲੋਕ ਕਿਵੇਂ ਦੀਆਂ ਗੁਡਸ ਖਰੀਦਦੇ ਨੇ, ਇਹ ਸਾਰਾ ਕਿਹਦਾ ਪਾਰਟ ਬਣਦਾ, ਇਕਨੋਮਿਕ ਕੰਪੋਨੈਂਟ ਦਾ, ਠੀਕ ਹੈ। ਹੁਣ ਇਹਦੇ ਵਿੱਚ ਆਪਣੇ ਕੋਲ ਸਬ ਪੁਆਇੰਟਸ ਅੱਗੇ ਸੀਗੇ ਡੈਮੋਗ੍ਰਾਫਿਕ ਫੀਚਰ, ठीक है, दैन सी जनरल इकोनॉमिक फीचर, उस तो बाद सीगा एग्रीकल्चर फीचर, ठीक है, दैन इंडस्ट्रियल फीचर, दैन विच लास्ट सीगा कंज्यूमर गुड फीचर्स, कंज्यूमर गुड फीचर, ठीक है। ਇਹਦੇ ਵਿੱਚ ਰਾਜੇ ਜਿਹੜੇ ਇਕਨੋਮਿਕ ਕੰਪੋਨੈਂਟ ਹੈ ਇਹਦੇ ਵਿੱਚ ਤੁਸੀਂ ਸਾਰੀਆਂ ਜਿਹੜੇ ਇਹਦੇ ਸਬ ਪਾਰਟਸ ਨੇ ਜਿਵੇਂ ਡੈਮੋਗ੍ਰਾਫਿਕ ਫੀਚਰ, ਜਨਰਲ ਇਕਨੋਮਿਕ ਫੀਚਰ, ਇਹਦੇ ਵਿੱਚ ਤੁਸੀਂ ਕਿਹਦੇ ਬਾਰੇ ਮੈਂਸ਼ਨ ਕਰਨਾ, ਇੰਡੀਆ ਬਾਰੇ, ਠੀਕ ਹੈ। ਉਹ ਮੈਂਸ਼ਨ ਕਰਨ ਤੋਂ ਬਾਅਦ ਤੁਸੀਂ ਇਹ ਦਰਸਾਉਣਾ ਵੀ ਮਾਰਕੀਟਿੰਗ ਜੇ ਕਿਸੇ ਨੇ ਕਰਨੀ ਹੋਵੇ ਜਾਂ ਕੰਪਨੀ ਸੈਟਅਪ ਕਰਨੀ ਹੋਵੇ ਇੰਡੀਆ ਵਿੱਚ ਤਾਂ ਇਕਨੋਮਿਕ ਕੰਪੋਨੈਂਟ ਦੇ ਹਿਸਾਬ ਨਾਲ ਕਿਵੇਂ ਸੈਟਅਪ ਕਰ ਸਕਦਾ। ਜਿਵੇਂ ਡੈਮੋਗ੍ਰਾਫਿਕ ਵਿੱਚ ਕੀ ਸੀਗਾ, ਪਾਪੂਲੇਸ਼ਨ, ਠੀਕ ਹੈ। ਇੰਡੀਆ ਵਿੱਚ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ, ਪਲੱਸ ਮੈਜੋਰਿਟੀ ਪਾਪੂਲੇਸ਼ਨ ਕਿਹੜੀ ਹੈ, ਯੰਗ, ਅਤੇ ਇੰਡੀਆ ਵਿੱਚ ਕਿਹੜੇ ਪ੍ਰੋਡਕਟ ਜ਼ਿਆਦਾ ਵਿਕਣਗੇ, ਜਿਹੜੀ ਯੰਗ ਪਾਪੂਲੇਸ਼ਨ ਯੂਜ਼ ਕਰਦੀ ਹੈ, ਠੀਕ ਹੈ। ਜਿਵੇਂ ਫੈਸ਼ਨੇਬਲ ਪ੍ਰੋਡਕਟਸ ਜ਼ਿਆਦਾ ਵਿਕਦੇ ਹੈ, ਟੈਕਨੋਲੋਜੀ ਦੇ ਪ੍ਰੋਡਕਟ ਜ਼ਿਆਦਾ ਵਿਕਦੇ ਹੈ, ਠੀਕ ਹੈ। ਰੀਜ਼ਨ ਬੀਇੰਗ ਕਿ ਇੰਡੀਆ 'ਚ ਜਿਹੜੀ ਪਾਪੂਲੇਸ਼ਨ ਹੈ ਉਹ ਕੀ ਹੈ, ਯੰਗ ਹੈ। ਸੇਮ ਵੇ ਨਾਲ ਤੁਸੀਂ ਜਨਰਲ ਇਕਨੋਮਿਕ ਫੀਚਰ ਦੱਸਣਾ, ਐਗਰੀਕਲਚਰ ਫੀਚਰ, ਇੰਡਸਟਰੀਅਲ ਫੀਚਰ, ਅਤੇ ਉਹਨੂੰ ਲਿੰਕ ਕਰਨਾ ਕਿਹਦੇ ਨਾਲ, ਮਾਰਕੀਟਿੰਗ ਐਂਡ ਕੰਪਨੀਜ਼ ਨਾਲ, ਠੀਕ ਹੈ। ਨੈਕਸਟ ਸੀਗਾ ਰਾਜੇ ਆਪਣਾ ਕੰਪੋਨੈਂਟ ਸੋਸ਼ਲ ਕੰਪੋਨੈਂਟ, ਠੀਕ ਹੈ। ਸੋਸ਼ਲ ਕੰਪੋਨੈਂਟ ਵਿੱਚ ਆ ਜਾਂਦਾ ਸੀਗਾ ਅਰਬਨ ਫੀਚਰ, ਠੀਕ ਹੈ, ਕਿ ਲੋਕ ਸ਼ਹਿਰਾਂ ਵੱਲ ਸ਼ਿਫਟ ਕਰ ਰਹੇ, ਇਹਦੇ ਕਰਕੇ ਕੀ ਸੀ, ਮਿਡਲ ਕਲਾਸ ਦੀ ਇਜਾਦ ਹੋਈ ਸੀਗੀ। ਉਹਦੇ ਨਾਲ ਕੀ ਸੀਗਾ ਕਿ ਲੋਕ ਨਾਨ ਡਿਊਰੇਬਲ ਗੁਡਸ ਵਰਤਣੀਆਂ ਸ਼ੁਰੂ ਕਰਤੀਆਂ ਲੋਕਾਂ ਨੇ, ਠੀਕ ਹੈ। ਸੋ ਡਿਊਰੇਬਲ ਗੁਡਸ ਦਾ ਬਹੁਤ ਸਕੋਪ ਹੈ। ਦੈਨ ਆ ਗਿਆ ਰੂਰਲ ਫੀਚਰ ਵਿੱਚ ਕੀ ਸੀਗਾ ਕਿ ਲੋਕ ਪਿੰਡਾਂ ਵਿੱਚ ਕੀ ਹੈ, ਗ੍ਰੀਨ ਰੈਵੋਲੂਸ਼ਨ ਕਰਕੇ ਕਿ ਇਨਕਮ ਬਹੁਤ ਆ ਗਈ ਰੂਰਲਸ ਵਿੱਚ, ਤਾਂ ਲੋਕਾਂ ਕੋਲ ਪੈਸਾ ਆ ਗਿਆ ਅਤੇ ਉਹ ਵੀ ਕੀ ਹੈ, ਡਿਊਰੇਬਲ ਗੁਡਸ ਲੈਣ ਲੱਗ ਗਏ। ਪਹਿਲਾਂ ਜਿਹੜੀਆਂ ਚੀਜ਼ਾਂ ਆਪ ਬਣਾਉਂਦੇ ਸੀ ਜਾਂ ਹੋਮਮੇਡ ਚੀਜ਼ਾਂ ਹੁੰਦੀਆਂ ਸੀ ਉਹ ਸਾਰੀਆਂ ਕੀ ਲੈਣ ਲੱਗ ਗਏ, ਮਾਰਕੀਟਿੰਗ ਤੋਂ ਲੈਣ ਲੱਗ ਗਏ, ਠੀਕ ਹੈ। ਦੈਨ ਇਹਦੇ ਵਿੱਚ ਆ ਗਿਆ ਇੰਟਰਨੈਸ਼ਨਲ ਫੀਚਰ ਕਿ ਐਕਸਪੋਰਟ ਕੀ ਹੁੰਦਾ, ਇੰਪੋਰਟ ਕੀ ਹੁੰਦਾ, ਠੀਕ ਹੈ। ਪਹਿਲਾਂ ਐਕਸਪੋਰਟ ਕਿਹੜੇ ਹੁੰਦੇ ਸੀ, ਇਕੱਲੇ ਐਗਰੀਕਲਚਰ ਪ੍ਰੋਡਿਊਸ ਜਾਂ ਟਰਡੀਸ਼ਨਲ ਪ੍ਰੋਡਕਟਸ, ਹੈਂਡੀਕ੍ਰਾਫਟਸ ਵਗੈਰਾ ਹੁੰਦੇ ਸੀਗੇ, ਠੀਕ ਹੈ। ਬਟ ਅੱਜ ਦੀ ਟਾਈਮ 'ਚ ਕੀ ਹੈ ਕਿ ਇਲੈਕਟ੍ਰੋਨਿਕ ਗੁਡਸ ਵੀ ਟਰਾਂਸਫਰ ਹੁੰਦੀਆਂ, ਸੋਫਟਵੇਅਰਸ ਟਰਾਂਸਫਰ ਹੁੰਦੇ ਹੈ, ਠੀਕ ਹੈ। ਕਿਹਦਾ ਪਾਰਟ ਬਣਦਾ, ਇੰਟਰਨੈਸ਼ਨਲ ਫੀਚਰ ਦਾ। ਦੈਨ ਦੇਖੋ ਰਾਜੇ ਥਰਡ ਕੰਪੋਨੈਂਟ ਹੈ ਆਪਣੇ ਕੋਲ ਲੀਗਲ ਕੰਪੋਨੈਂਟ ਵਿੱਚ ਰਾਜੇ ਕਿ ਕੰਪਨੀਜ਼ ਨੂੰ ਜਾਂ ਇੰਡਸਟਰੀਜ਼ ਨੂੰ ਕੋਈ ਨਹੀਂ ਬੀਜੀ ਕੋਈ ਗੱਲ ਨਹੀਂ, ਲੀਗਲ ਕੰਪੋਨੈਂਟ ਵਿੱਚ ਕਿ ਇੰਡਸਟਰੀਜ਼ ਨੂੰ ਜਿਹੜੀ ਇੰਡੀਪੈਂਡੈਂਸ ਹੈ ਉਹ ਕਿੰਨੀ ਕੁ ਦਿੱਤੀ ਗਈ ਹੈ, ਠੀਕ ਹੈ। ਓਵਰ ਦਾ ਟਾਈਮ ਉਹਨਾਂ ਨੂੰ ਕਿੰਨੀ ਕੁ ਫਰੀਡਮ ਮਿਲੀ ਹੈ ਪ੍ਰੋਡਕਸ਼ਨ ਕਰਨ ਦੀ, ਫੈਕਟਰੀ ਸੈਟਅਪ ਕਰਨ ਦੀ, ਠੀਕ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਲਾਸਟ ਲੈਕਚਰ 'ਚ ਐਗਜ਼ਾਮਪਲ ਦਿੱਤੀ ਸੀਗੀ ਕਿ ਇੰਡੀਆ ਜਦੋਂ ਇੰਡੀਆ ਨੂੰ ਫਰੀਡਮ ਮਿਲੀ ਸੀਗੀ ਤਾਂ ਕਾਫੀ ਸਾਰੇ ਸੈਕਟਰ ਪਬਲਿਕ ਕੋਲ ਸੀਗੇ, ਠੀਕ ਹੈ। ਅਤੇ ਉਹਦੇ ਵਿੱਚ ਜਿਹੜੇ ਪ੍ਰਾਈਵੇਟ ਸੈਕਟਰ ਹੈਗੇ ਵੀ ਸੀਗੇ ਤਾਂ ਉਹਨਾਂ ਵਿੱਚ ਕੀ ਹੁੰਦਾ ਸੀਗਾ ਕਿ ਪ੍ਰੋਡਕਸ਼ਨ ਲਿਮਿਟ ਸੀਗੀ,
प्रोडक्शन लिमिट विच हुण की करता भी अज दे टाइम च वो प्रोडक्शन लिमिट हटा दी गई है। कंपनी कितना भी प्रोड्यूस कर सकती है। पहला की हुंदा सीगा, मम्मी ने दे दो, 1991 तो पहला कि कंपनीज जिहड़ियां सीगियां फॉरन कंपनीज इंडिया च नहीं सैटअप हो सकदियां सी, पर हुण दे टाइम च कोई भी फॉरन कंपनी आके इंडिया च अपना फैक्ट्री या प्रोडक्शन स्टार्ट कर सकती है। ठीक है, इहदे विच तुसीं मेन जिहड़ियां चीज़ां लिखनियां ने और अज एक्ट्स लिख दिओ, जिवें कंज्यूमर प्रोटैक्शन एक्ट 1985, ठीक है, कंपनीज एक्ट 2013, इंडियन कॉन्ट्रैक्ट एक्ट 1872, तो मोनोपोलीज एंड रिस्ट्रिक्टिव ट्रेड प्रैक्टिसिज एक्ट 1969, पेटेंट एक्ट 1970। ठीक है, जिन्ने भी तुहानू एक्ट याद ने वो लिख दिओ। ठीक है, दैन अपना फोर्थ कंपोनेंट है राजे दे विच डिस्ट्रीब्यूशन कंपोनेंट। डिस्ट्रीब्यूशन कंपोनेंट ठीक है, इहदे विच आ जांदा राजे तुहाडा मेन फिजिकल डिस्ट्रीब्यूशन ते चैनल ऑफ डिस्ट्रीब्यूशन। फिजिकल डिस्ट्रीब्यूशन विच राजे तुसीं की करोगे कि गुड्स जिहड़ियां ने एक जगह तो दूजी जगह किवें जांदियां ने। ठीक है, उहनूं आपां की कहने फिजिकल डिस्ट्रीब्यूशन। इहदे विच आ गया अपना रोडवेज, ठीक है, कि ट्रक के थ्रू जांदियां ने, रेलवे कि ट्रेन के थ्रू जांदियां ने, दैन एयरवे कि प्लेन के थ्रू जांदियां ने, दैन वाटरवे कि शिप के थ्रू जांदियां ने। ठीक है, सारे वेज ने। हुण ओवर द टाइम की होया इंडिया विच पहलां किहदे थ्रू जांदे सीगे, मेजरली रेलवे के थ्रू जांदे सीगे। ठीक है, बट अज दे टाइम च जे आपां वेखीए तां रेलवे नालों ज़्यादा नैटवर्क किहदा रोड्स की कनैक्टिविटी है। ठीक है, लिंक रोड्स बन गए, हाईवे बैटर हो गए, तो लोग किन्नू ज़्यादा अप्रोच करन लग गए रोडवेज नूं। ठीक है, पहलां जिहदे ते कल्ली डिपेंडेंसी कित्ते सीगी रेलवे ते, हुण किहदे ते रोडवेज ते भी है ते रेलवे ते भी है। ठीक है, एवें फिर जिहड़ा डिस्ट्रीब्यूशन कंपोनेंट है इहदे विच की है कि जिहड़ा मैन्युफैक्चरर है या प्रोड्यूसर वो देखूगा भी उन्होंने किहड़ा रस्ता सस्ता पैंदा। ठीक है, कॉस्ट इफैक्टिव किहड़ा, या जे उन्हें गुड्स फास्ट पहुँचाणियां ने किसी कस्टमर तक या अपने डीलर तक, तो वो गुड्स फास्ट किवें पहुँचा सकदा। ठीक है, एयरवे के थ्रू या रोडवे के थ्रू। ठीक है, ये चीज़ां हुंदियां ने। जिवें दैन इहदे विच राजे आपां होर गल करते हैं वेयर हाउस कोल्ड स्टोरेज। ठीक है, जिहड़े सैलर बने हुंदे हैं, ठीक है, उन्हां दी के गुड्स स्टोर करके रखनी है। ठीक है, जिवें एक बारी प्रोड्यूस हो गया तो नाल दी नाल तां कंज्यूम हुंदियां नहीं, उन्होंने किते स्टोर करके रखना पैंदा। ठीक है, वो स्टोरेज फैसिलिटी भी किहदा पार्ट बनदी है, डिस्ट्रीब्यूशन कंपोनेंट का पार्ट बनदी है। ठीक है, पहलां की हुंदे सीगे इंडिया विच सिर्फ पब्लिक वेयर हाउस हुंदे सीगे, अज दे टाइम च की है प्राइवेट वेयर हाउस भी बहुत है। जिवें तुसीं जे पंजाब च ही वेखो तां किन्ने थां ते सैलर लगे हैं, कोल्ड स्टोरेज हाउसिस है ना, वो किहदा पार्ट बनते हैं, डिस्ट्रीब्यूशन कंपोनेंट का ही पार्ट बनते हैं। ठीक है, ये काहदे लई डेवलप होए हैं, क्योंकि इंडिया विच गुड्स की डिमांड वधी है, गुड्स की प्रोडक्शन वधी है। ठीक है, तो ये किनू लिंक करते हैं, मैन्युफैक्चरर प्लस मिडलमैन प्लस कंज्यूमर। ठीक है, इहदे विच होर अपने कोल दूजा पॉइंट है फिजिकल डिस्ट्रीब्यूशन तो बाद चैनल्स ऑफ डिस्ट्रीब्यूशन। चैनल्स ऑफ डिस्ट्रीब्यूशन च है राजे कि जिहड़ियां गुड्स एक तो दूजी जगह जानियां ने। ठीक है, मैन्युफैक्चरर तो कस्टमर तक जानियां ने। ठीक है, वो किहदे थ्रू जानियां ने, किहड़े मिडल मैन के थ्रू जानियां ने। ठीक है, उन्होंने आपां की कहने आ, चैनल्स ऑफ डिस्ट्रीब्यूशन। ठीक है, इहदे विच राजे होलसेलर रिटेलर आ जाते हैं, डीलर आ जाते हैं, फ्रेंचाइजर्स आ जाते हैं, या फिर किसी ने डायरैक्ट जे सेल करनी हो तो मैन्युफैक्चरर डायरैक्ट भी कस्टमर नूं सेल कर सकता है। चैनल्स ऑफ डिस्ट्रीब्यूशन भी किते डिपेंड करते हैं कि कॉस्ट किन्नी पैंदी है, कमीशन किन्नी पैंदी है। ठीक है, जिहड़ा मैन्युफैक्चरर वो की चाहता भी उहदे नाल कस्टमर दा रिलेशन किवें होवे, डायरैक्ट होवे कि इनडायरैक्ट होवे। जे डायरैक्ट होएगा तो उन्हें डायरैक्ट फीडबैक मिलेगी, है ना, उहदे रिलेशन बनणगे कस्टमर नाल। जे इनडायरैक्ट होएगा तो फीडबैक किहदे द्वारा मिलेगी, उन्होंने मिडल मैनस के थ्रू। ठीक है, इन्हां सारियां चीज़ां नूं देख के चैनल ऑफ डिस्ट्रीब्यूशन डिसाइड हुंदा।
दैन डिस्ट्रीब्यूशन कंपोनेंट फिजिकल डिस्ट्रीब्यूशन ते चैनल ऑफ डिस्ट्रीब्यूशन च कन्फ्यूज नहीं होना। फिजिकल डिस्ट्रीब्यूशन वो हुंदा राजे जिथे गुड्स का ट्रांसफर हुंदा, ठीक है। फिजिकल गुड्स ट्रांसफर हुंदियां ने, जिवें कपड़ा है, ठीक है। कपड़ा सूरत च बनदा है ते कपड़ा उन्होंने सूरत च बना के ट्रक च चढ़ाया, ठीक है। वो दिल्ली गया, दिल्ली तो लुधियाने गया, वो की है फिजिकल डिस्ट्रीब्यूशन। चैनल्स ऑफ डिस्ट्रीब्यूशन की है कि जिवें सूरत च कपड़ा बनया उत्थों किहड़े होलसेलर कोल गया, जिहड़ा दिल्ली का होलसेलर है। दिल्ली के होलसेलर ने अगे किन्नों दिता, रिटेलर्स नूं, जिवें पटियाला के रिटेलर नूं, बठिंडा के रिटेलर नूं, दैन लुधियाने के रिटेलर नूं, ठीक है। वो की हो गया चैनल्स ऑफ डिस्ट्रीब्यूशन। नैक्सट देखो राजे, जिहड़ा पॉइंट अपना रह गया सीगा फिफ्थ कंपोनेंट, ठीक है। फिफ्थ कंपोनेंट आ जाता राजे अपना कल्चरल कंपोनेंट। कल्चरल कंपोनेंट राजे कल्चरल विच आपां की चीज़ां स्टडी करते हैं, जिवें उत्थों दे लोकां दी नॉलेज की है, बिलीफ, आर्ट, मॉरल वैल्यूज़, कस्टम ड्यूटीज, हैबिट्स की ने, ठीक है। मैंबर ऑफ सोसाइटी किवें ने, या फिर आपां सिंपली ये कह सकते हैं कि लोकां नूं की चंगा लगदा कि माड़ा लगदा, वो सारा किहदे विच आ जांदा, कल्चरल विच आ जांदा, ठीक है। होर इहदे विच आ जांदा राजे फैमिली सिस्टम किहो जिहा है, ठीक है। लोकी किहो जिहे कॉस्ट्यूम पाते हैं, कपड़े पाते हैं, किहो जिहा खाना खाते हैं, किहो जिहियां उन्हां दियां आदतां है, किहड़ी लैंगुएज यूज़ हुंदी है, रिलीजन किहड़ा फॉलो करते हैं, कास्ट सिस्टम, फैसटिवल, ये सारे किहदा पार्ट बनते हैं, कल्चरल कंपोनेंट का, ठीक है। नैक्सट इहदे विच राजे फस्ट पॉइंट आंदा अपने कोल फैमिली सिस्टम, ठीक है। फैमिली सिस्टम विच ये है राजे कि पहलां जिहड़ियां इंडिया दी फैमिलीज़ हुंदियां सी, ओह किहड़ियां हुंदियां सी, जॉइंट फैमिलीज़ हुंदियां सीगियां, ठीक है। वड्डे वड्डे परिवार हुंदे सीगे। बट हुण की है, न्यूक्लीयर फैमिलीज़ आ गईयां ने, लोकी कल्ले कल्ले लैंदे ने, ठीक है। इहदे नाल की है मार्केटिंग ते किवें इंपैक्ट आया। पहलां की हुंदा सीगा कि वड्डियां वड्डियां पैकिंग्स आउंदियां हुंदियां सीगियां किसी भी चीज़ दियां, है ना। जिवें हुण जिवें दालां दे जिहड़े पैकेट हैं, या चावल दे हैं, या फिर कोई भी होर किचन दी ग्रॉसरी है, ठीक है। वो किहड़ी हुंदी सी, वड्डी पैकिंग च आउंदी हुंदी सी, क्योंकि जॉइंट फैमिलीज़ का कंसैप्ट सीगा, ठीक है। लोकी इकट्ठा समान खरीदते सीगे। हुण की है, न्यूक्लीयर फैमिलीज़ आ गईयां, लोकी कल्ला कल्ला रहना शुरू करता। जिवें तुसीं अज इत्थे स्टडी कर रहे हो, ठीक है, कल नूं तुसीं दिल्ली जाओ पढ़ाई करन लई, ते उत्थे कल्ले ही रहोगे, है ना। फिर उत्थे तुसीं जे कोई किचन का समान लैना होवे तां वड्डी पैकिंग तां लओगे नहीं, छोटी पैकिंग लओगे, है ना, क्योंकि तुसीं कल्ले जाने ने यूज़ करनी है या घट जाणियां ने यूज़ करनी है, ठीक है। तो उहदे नाल की होया कि पैकेजिंग, क्वांटिटी, इन्हां सारियां चीज़ां ते असर पिया, ठीक है। सो मार्केटिंग के हिसाब नाल जे आपां वेखीए तां पहलां पैकेजिस की हुंदे सीगे, वड्डे वड्डे बनदे हुंदे सी, पर अज दे टाइम च की है, स्मॉल पैकेजिस आन लग गए चीज़ां विच, ठीक है। रीजन बीइंग कि जॉइंट फैमिलीज़ तो लोकी किहदे वल शिफ्ट हो रहे हैं, न्यूक्लीयर फैमिलीज़ वाल, ठीक है। स्मॉल फैमिलीज़ कह सकते हो, या फिर इनू नैक्सट देखो राजे, नैक्सट इहदे विच पॉइंट आंदा अपने कोल कॉस्ट्यूम्स, ठीक है। कॉस्ट्यूम विच की है कि मोस्टली इंडिया के जिहड़े कपड़े पाउण दा ढंग है, ठीक है, वो किहड़ा है, कल्चरल है। लोकी की पाते हैं, कॉटन का स्टफ पाते हैं, ठीक है। जे पहला इंडिया विच जिहड़ा कपड़ा विकदा सीगा, वो किहड़ा हुंदा सीगा, नॉर्मल कॉटन का स्टफ हुंदा सी। पर जिवें जिवें लोकां ने वैसटरनाइज कल्चर नूं अपनाना शुरू किया, है ना, लोकां ने की है कि फैशनेबल कपड़े खरीदने शुरू करते, है ना। कुर्ते पजामे तो जीन शर्ट पान लग गए, दैन सलवार सूट या साड़ी तो ड्रैसिस पहन लग गई। सो हुण उन्हां दा ट्रेंड आ गया, ठीक है। हुण कॉटन वाले कपड़े भी विकते हैं इंडिया विच, प्लस फैशनेबल प्रोडक्ट्स भी विकते हैं। रीजन की है कि पहलां लोकी स्टार्टिंग पहलां लोकी की करदे सी, सिर्फ कॉटन का स्टफ पाते सी, जिहड़े इंडियन ट्रडिशनल क्लोथ सीगे, जिहड़े वो सिर्फ कितों बनते सी, कॉटन तो। बट अज दे टाइम जे आपां वेखीए तां लोकी ट्रडिशनल क्लोथ्स भी पाउंदे हैं, प्लस वैसटर्न स्टाइल भी पाउंदे हैं, ठीक है। तो उन्हां नाल की है कि दोवां दी मार्केट है, ठीक है। तो जे आपां कॉस्ट्यूम के हिसाब नाल वेखीए तां इंडिया विच अज दे टाइम च दोनों तरह के जिहड़े क्लोथ्स हैं वो विक रहे हैं, ठीक है, ट्रडिशनल भी ते वैसटर्न कल्चर वाले भी।
ਨੈਕਸਟ ਤੁਸੀਂ ਇਹਦੇ ਵਿੱਚ ਇਹ ਵੀ ਲਿਖ ਸਕਦੇ ਹੋ ਰਾਜੇ ਕਿ ਜਿਹੜਾ ਕਾਸਟਿਊਮ ਹੈ ਹਾਂ ਕੱਪੜੇ ਪਾਉਣ ਦਾ ਤਰੀਕਾ ਹੈ ਵੀ ਇਹ ਰਿਲੀਜਨ ਦੇ ਹਿਸਾਬ ਨਾਲ ਤੇ ਸਟੇਟ ਦੇ ਹਿਸਾਬ ਨਾਲ ਡਿਫਰ ਕਰਦਾ ਹੈ, ਠੀਕ ਹੈ, ਡਿਫਰ ਔਨ ਦ ਬੇਸਿਸ ਆਫ ਰਿਲੀਜਨ ਐਂਡ ਸਟੇਟਸ, ਠੀਕ ਹੈ। ਜੇ ਆਪਾਂ ਰਿਲੀਜਨ ਦੀ ਗੱਲ ਕਰੀਏ ਤਾਂ ਜਿਹੜੇ ਪੰਜਾਬੀਆਂ ਕੀ ਹੈ ਸਲਵਾਰ ਸੂਟ ਪਾਉਂਦੇ ਆ, ਜਿਹੜੇ ਹਿੰਦੂਆਂ ਕੀ ਹੈ ਸਾੜੀਜ਼ ਵਗੈਰਾ ਲਾਉਂਦੀਆਂ ਲੇਡੀਜ਼ ਹਿੰਦੂਜ਼ ਦੀਆਂ, ਹੈ ਨਾ। ਅਤੇ ਜੇ ਆਪਾਂ ਸਟੇਟ ਦੇ ਹਿਸਾਬ ਨਾਲ ਵੇਖੀਏ ਤਾਂ ਉਹਦੇ ਵਿੱਚ ਵੀ ਐਵੇਂ ਹੈ ਵੀ ਨੌਰਥ 'ਚ ਜਿਹੜਾ ਹੈ ਉਹ ਮੇਜਰਲੀ ਸਲਵਾਰ ਸੂਟ ਪਾਇਆ ਜਾਂਦਾ ਹੈ ਨਾ, ਅਤੇ ਜਿਹੜਾ ਜਾਂ ਕੁੜਤਾ ਪਜਾਮਾ ਪਾਇਆ ਜਾਂਦਾ। ਜੇ ਆਪਾਂ ਉਹੀ ਸਾਊਥ ਵੱਲ ਜਾਈਏ ਤਾਂ ਉੱਥੇ ਧੋਤੀ ਪਾਈ ਜਾਂਦੀ ਹੈ ਅਤੇ ਜਾਂ ਤਾਂ ਲਹਿੰਗੇ ਘਾਘਰਾ ਹੁੰਦਾ ਜਾਂ ਫਿਰ ਸਾੜੀ ਹੁੰਦੀ ਹੈ ਨਾ। ਸੋ ਇਹ ਕੀ ਹੈ ਡਿਪੈਂਡ ਕਰਦੇ ਆ ਕਾਸਟਿਊਮ ਕਿ ਕਿਹੜੀ ਤੁਸੀਂ ਸਟੇਟ 'ਚੋਂ ਜਾਂ ਤੁਸੀਂ ਕਿਹੜਾ ਰਿਲੀਜਨ ਫੋਲੋ ਕਰ ਰਹੇ ਹੋ, ਠੀਕ ਹੈ। ਨੈਕਸਟ ਦੇਖੋ ਰਾਜੇ ਫੂਡ ਹੈਬਿਟਸ। ਇੰਡੀਆ ਵਿੱਚ ਫੂਡ ਹੈਬਿਟਸ ਕਿਹੜੀ ਹੈ ਮੋਸਟਲੀ ਵੈਜੀਟੇਰੀਅਨ ਹੈ, ਠੀਕ ਹੈ, ਠੀਕ ਹੈ। ਇੱਥੇ ਕਿਹੜੀਆਂ ਚੀਜ਼ਾਂ ਜ਼ਿਆਦਾ ਵਿਕਦੀਆਂ ਫੂਡ, ਜੇ ਕਿਸੇ ਨੇ ਫੂਡ ਸੈਕਟਰ ਵਿੱਚ ਆਉਣਾ ਤਾਂ ਇੱਥੇ ਕਿਹੜੀਆਂ ਚੀਜ਼ਾਂ ਜ਼ਿਆਦਾ ਵੇਚਣਗੀਆਂ ਜਿਹੜੀਆਂ ਵੈਜੀਟੇਰੀਅਨ ਫੂਡ ਨਾਲ ਰਿਲੇਟਡ ਹੈ, ਜਿਵੇਂ ਰਾਈਸ ਜ਼ਿਆਦਾ ਵਿਕਦੇ ਹੈ, ਠੀਕ ਹੈ। ਜੇ ਆਪਾਂ ਸਾਊਥ ਵੱਲ ਚਲੇ ਜਾਈਏ ਤਾਂ ਉੱਥੇ ਸਾਰੀਆਂ ਚੀਜ਼ਾਂ ਕਿਹਦੇ ਨਾਲ ਬਣਦੀਆਂ ਚਾਵਲਾਂ ਨਾਲ, ਉੱਥੇ ਚਾਵਲ ਬਹੁਤ ਵਿਕਦੇ ਹੈ। ਉਹੀ ਜੇ ਨਾਰਥ ਵਿੱਚ ਆਈਏ ਤਾਂ ਨਾਰਥ ਵਿੱਚ ਕੀ ਹੈ ਵੀਟ ਬਹੁਤ ਵਿਕਦਾ, ਠੀਕ ਹੈ, ਕਣਕ ਗੇਹੂੰ ਜਿੱਥੋਂ ਚਪਾਤੀ ਬਣਦੀ ਹੈ ਪਰੌਂਠੇ ਬਣਦੇ ਹੈ। ਦੈਨ ਜੇ ਤੁਸੀਂ ਵੇਖਿਆ ਹੋਵੇ ਪਹਿਲਾਂ ਕੀ ਸੀਗਾ ਕਿ ਲੋਕ ਘਰ ਚਾਰ ਪਾਉਂਦੇ ਹੁੰਦੇ ਸੀਗੇ, ਹੈ ਨਾ। ਅੱਜ ਦਾ ਟਰੈਂਡ ਕੀ ਆ ਗਿਆ ਕਿ ਘਰ ਚਾਰ ਨਾ ਪਾਉਣ ਦੀ ਬਜਾਏ ਲੋਕ ਕੀ ਹੈ ਮਾਰਕੀਟ 'ਚੋਂ ਰੈਡੀਮੇਡ ਅਚਾਰ ਲੈ ਲੈਂਦੇ ਆ, ਠੀਕ ਹੈ। ਉਹ ਵੀ ਕਿਹਦੇ ਕਰਕੇ ਆ ਫੂਡ ਹੈਬਿਟਸ ਕਰਕੇ ਕਿ ਲੋਕ ਅਚਾਰ ਖਾਣਾ ਪਸੰਦ ਕਰਦੇ ਆ, ਠੀਕ ਹੈ, ਤਾਂ ਲੋਕ ਹੁਣ ਉਹਨੂੰ ਵੀ ਖਰੀਦ ਰਹੇ ਆ। ਦੈਨ ਇਹ ਵੀ ਰਾਜੇ ਤੁਸੀਂ ਕਹਿ ਸਕਦੇ ਹੋ ਵੀ ਕਲਚਰ ਦੇ ਹਿਸਾਬ ਨਾਲ ਅਤੇ ਸਟੇਟ ਦੇ ਹਿਸਾਬ ਨਾਲ ਡਿਫਰ ਕਰਦੀਆਂ ਫੂਡ ਹੈਬਿਟਸ, ਹੈ ਨਾ। ਜਿਵੇਂ ਆਪਾਂ ਇੰਡੀਆ ਵਿੱਚ ਨਾਰਥ 'ਚ ਦੇਖੀਏ ਤਾਂ ਕੀ ਖਾਇਆ ਜਾਂਦਾ ਹੈ ਬਟਰ ਲੱਸੀ ਹੋ ਗਈ, ਘਿਓ ਹੋ ਗਿਆ, ਦੁੱਧ ਹੋ ਗਿਆ, ਹੈ ਨਾ, ਕੜੀ ਵੈਜੀਟੇਬਲਸ ਜਾਂ ਫਿਰ ਮਟਨ ਚਿਕਨ ਇਹ ਚੀਜ਼ਾਂ ਆ ਜਾਂਦੀਆਂ ਨੇ। ਜੇ ਆਪਾਂ ਉਹੀ ਸਾਊਥ ਵੱਲ ਜਾਈਏ ਤਾਂ ਉੱਥੇ ਕੀ ਆ ਜਾਂਦਾ ਇਡਲੀ ਵੜਾ ਡੋਸਾ, ਹੈ ਨਾ, ਸਾਊਥ ਦੀਆਂ ਡਿਸ਼ਿਜ਼ ਹੈ। ਸੋ ਇਹਨੂੰ ਵੀ ਤੁਸੀਂ ਕੀ ਹੈ ਡਿਵਾਈਡ ਕਰ ਸਕਦੇ ਹੋ ਔਨ ਦਾ ਬੇਸਿਸ ਆਫ ਰਿਲੀਜਨ ਐਂਡ ਸਟੇਟਸ, ਠੀਕ ਹੈ। ਦੈਨ ਤੁਸੀਂ ਇਹਦੇ ਵਿੱਚ ਇਹ ਵੀ ਐਡ ਕਰ ਸਕਦੇ ਹੋ ਕਿ ਪਹਿਲਾਂ ਜਿਹੜੀ ਪਾਪੂਲੇਸ਼ਨ ਸੀ ਮੋਸਟਲੀ ਵੈਜੀਟੇਰੀਅਨ ਸੀਗੀ, ਬਟ ਅੱਜ ਦੇ ਟਾਈਮ 'ਚ ਨੋਨ ਵੈਜ ਦਾ ਕੰਸੈਪਟ ਵੀ ਆ ਗਿਆ, ਠੀਕ ਹੈ, ਲੋਕ ਨੋਨ ਵੈਜ ਵੀ ਖਾਂਦੇ ਆ। ਸੋ ਨੋਨ ਵੈਜ ਦੀਆਂ ਫਰੈਂਚਾਈਜ਼ਿਸ ਵੀ ਸਕਸੈਸਫੁਲ ਹੈ, ਜਿਵੇਂ KFC ਹੈ, ਠੀਕ ਹੈ। KFC ਦਾ ਮੇਨ ਪ੍ਰੋਡਕਟ ਕੀ ਹੈ ਨੋਨ ਵੈਜ ਹੀ ਹੈ। ਉਹਦੇ ਵਿੱਚ ਜੇ ਆਪਾਂ ਇੰਡੀਆ ਤੋਂ ਬਾਹਰ ਕਿਤੇ KFC ਦੇਖਦੇ ਹਾਂ ਤਾਂ ਉੱਥੇ ਵੈਜੀਟੇਰੀਅਨ KFC ਦਾ ਕੰਸੈਪਟ ਨਹੀਂ ਹੈ, ਇੰਡੀਆ ਵਿੱਚ ਹੀ ਹੈ, ਠੀਕ ਹੈ। ਵੈਸੇ ਉਹ ਕਿਹੜਾ ਉਹਦਾ ਮੇਨ ਪ੍ਰੋਡਕਟ ਕੀ ਹੈ ਨੋਨ ਵੈਜ, ਠੀਕ ਹੈ। ਇੰਡੀਆ ਵਿੱਚ ਅੱਜ ਦੇ ਟਾਈਮ 'ਚ ਐਸਟੈਬਲਿਸ਼ ਕਿਉਂ ਹੈ ਕਿਉਂਕਿ ਲੋਕਾਂ ਦੀਆਂ ਜਿਹੜੀਆਂ ਫੂਡ ਹੈਬਿਟਸ ਨੇ ਉਹ ਵੈਜੀਟੇਰੀਅਨ ਪਲੱਸ ਨੋਨ ਵੈਜ ਹੋ ਗਈਆਂ ਨੇ, ਠੀਕ ਹੈ। ਸੋ ਅੱਜ ਦੇ ਟਾਈਮ 'ਚ ਜੇ ਕੋਈ ਮਾਰਕੀਟਿੰਗ ਕੰਪਨੀ ਇੰਡੀਆ ਵਿੱਚ ਫੂਡ ਸੈਕਟਰ ਵਿੱਚ ਆਵੇ, ਠੀਕ ਹੈ, ਤਾਂ ਉਹ ਵੈਜੀਟੇਰੀਅਨ 'ਚ ਵੀ ਸਕਸੈਸਫੁਲ ਹੋ ਸਕਦੀ ਹੈ ਪਲੱਸ ਨੋਨ ਵੈਜੀਟੇਰੀਅਨ 'ਚ ਵੀ। ਦੈਨ ਦੇਖੋ ਰਾਜੇ ਲੈਂਗੁਏਜ, ਠੀਕ ਹੈ। ਹੁਣ ਮੀਡੀਅਮ ਆਫ ਕਮਿਊਨੀਕੇਸ਼ਨ ਹੁੰਦਾ ਰਾਜੇ ਲੈਂਗੁਏਜ ਕੀ ਹੁੰਦਾ ਮੀਡੀਅਮ ਆਫ ਕਮਿਊਨੀਕੇਸ਼ਨ, ਠੀਕ ਹੈ। ਇਹ ਤੋਂ ਪਤਾ ਲੱਗਦਾ ਹੈ ਵੀ ਮੈਨੂਫੈਕਚਰਰ ਕੀ ਦੇ ਰਿਹਾ ਕਸਟਮਰ ਨੂੰ ਕੀ ਚਾਹੀਦਾ ਹੈ, ਠੀਕ ਹੈ, ਉਹਦੀਆਂ ਡਿਮਾਂਡਸ ਕਿਵੇਂ ਸੈਟਿਸਫਾਈ ਹੋ ਸਕਦੀਆਂ ਨੇ। ਹੁਣ ਜਿਹੜਾ ਇੰਡੀਆ ਹੈ ਇਹਦੇ ਵਿੱਚ ਬਹੁਤ ਸਾਰੀਆਂ ਲੈਂਗੁਏਜਿਸ ਹੈ, ਠੀਕ ਹੈ, ਮਲਟੀਪਲ ਲੈਂਗੁਏਜਿਸ ਹੈ। ਜੇ ਆਪਾਂ ਕਰੀਏ ਤਾਂ 16 ਲੈਂਗੁਏਜਿਸ ਹੈ ਜਿਨ੍ਹਾਂ ਨੂੰ ਕੌਂਸਟੀਟਿਊਸ਼ਨ ਨੇ ਰਿਕੋਗਨਾਈਜ਼ ਕੀਤਾ ਹੋਇਆ, ਠੀਕ ਹੈ। ਅਤੇ ਇੰਡੀਆ ਦੀ ਜਿਹੜੀ ਓਫੀਸ਼ੀਅਲ ਲੈਂਗੁਏਜ ਹੈ ਉਹ ਕਿਹੜੀ ਹੈ ਇੰਗਲਿਸ਼ ਹੈ, ਠੀਕ ਹੈ, ਐਡਮਿਨਿਸਟ੍ਰੇਟਿਵ ਲੈਂਗੁਏਜ ਗੱਲਬਾਤ ਕਰਨ ਲਈ। ਬਟ ਜਿਹੜੀ ਹਿੰਦੀ ਹੈ ਉਹ ਕਿਹੜੀ ਲੈਂਗੁਏਜ ਹੈ ਜਿਹੜੀ ਜ਼ਿਆਦਾਤਰ ਇੰਡੀਅਨਸ ਬੋਲਦੇ ਨੇ, ਠੀਕ ਹੈ, 38% ਇੰਡੀਅਨਸ ਕੀ ਬੋਲਦੇ ਨੇ ਹਿੰਦੀ ਬੋਲਦੇ ਨੇ। ਸੋ ਆਪਾਂ ਜੇ ਗੱਲ ਕਰੀਏ ਵੀ ਕਿਸੇ ਕੰਪਨੀ ਨੇ ਸਕਸੈਸਫੁਲ ਹੋਣਾ ਹੈ ਨਾ, ਅਤੇ ਉਹਨੂੰ ਕੀ ਹੈ ਕਸਟਮਰਸ ਨਾਲ ਗੱਲਬਾਤ ਕਰਨੀ ਪਏਗੀ, ਕਸਟਮਰਸ ਦੀ ਲੈਂਗੁਏਜ ਸਮਝਣੀ ਪਏਗੀ, ਠੀਕ ਹੈ, ਤਾਂ ਹੀ ਉਹਨੂੰ ਪਤਾ ਲੱਗੇਗਾ ਵੀ ਕਸਟਮਰ ਦੀ ਡਿਮਾਂਡ ਕੀ ਹੈ, ਉਹਦੀਆਂ ਕੀ ਰਿਕੁਆਇਰਮੈਂਟਸ ਨੇ, ਉਹਨੂੰ ਕੀ ਜ਼ਰੂਰਤ ਹੈ ਪ੍ਰੋਡਕਟ ਵਿੱਚ, ਕਿਹੜਾ ਫੀਚਰ ਉਹਨੂੰ ਚਾਹੀਦਾ ਪ੍ਰੋਡਕਟ 'ਚ, ਹੈ ਨਾ। ਸੋ ਇਹ ਸਭ ਚੀਜ਼ਾਂ ਜਾਣਨ ਲਈ ਜਿਹੜੀ ਕੰਪਨੀ ਹੈ ਜਾਂ ਜਿਹੜੇ ਮਾਰਕੀਟਰਸ ਆ ਉਹਨਾਂ ਨੂੰ ਉਹਨਾਂ ਦੀ ਲੈਂਗੁਏਜ ਆਉਣੀ ਜ਼ਰੂਰੀ ਹੈ,
ठीक है। सो लैंगुएज एक बहुत बेसिक रोल प्ले करती है कंपनी ਦੇ ਸਕਸੈਸਫੁਲ ਹੋਣ 'ਤੇ, ठीक है, ਤਾਂ ਕਿ ਉਹਨਾਂ ਦੇ ਕਸਟਮਰਸ ਦੀ ਡਿਮਾਂਡ ਉਹਨਾਂ ਨੂੰ ਪਤਾ ਲੱਗੇ, ਜਿਹੜੀ ਉਹ ਫੀਡਬੈਕ ਦੇ ਰਹੇ ਨੇ ਉਹਨਾਂ ਦਾ ਸਹੀ ਪਤਾ ਲੱਗੇ, ਹੈ ਨਾ। ਜੇ ਉਹਨੂੰ ਲੈਂਗੁਏਜ ਨਹੀਂ ਆਉਂਦੀ ਤਾਂ ਕਸਟਮਰ ਜਿਹੜੀ ਫੀਡਬੈਕ ਦੇ ਰਿਹਾ ਉਹਨੂੰ ਕੀ ਮਾਰਕੀਟਰ ਨੂੰ ਪਤਾ ਹੀ ਨਹੀਂ ਲੱਗੂਗਾ, ਜਾਂ ਕੰਪਨੀ ਨੂੰ ਇਨਫੋਰਮੇਸ਼ਨ ਹੀ ਨਹੀਂ ਹੋਊਗੀ ਵੀ ਹਾਂ ਇਹ ਕੀ ਚੀਜ਼ ਕਹਿ ਰਿਹਾ, ਕੀ ਪ੍ਰੋਬਲਮ ਹੈ, ਇਹਨੂੰ ਕਿਉਂ ਬੋਲ ਰਿਹਾ ਹੈ, ਠੀਕ ਹੈ। ਨੈਕਸਟ ਦੇਖੋ ਰਾਜੇ ਲਿਟਰੇਸੀ ਰੇਟ, ठीक है, ये आ जाता है लिटरेसी ਉਹੀ ਰਾਜੇ कि किन्ने ਕੁ ਬੰਦੇ एजुकेटेड है, ठीक है, एजुकेटेड पॉपूलेशन, ਉਹਨੂੰ ਆਪਾਂ ਕੀ ਕਹਿੰਦੇ ਆ लिटरेसी रेट। ਹੁਣ एजुकेटेड मतलब पढ़ी लिखी, ਜਿਹੜਾ ਬੰਦਾ रीड एंड राइट कर सकता है, ठीक है। ਹੁਣ इंडिया ਵਿੱਚ ਕੀ ਹੈ कि ਜਿਹੜਾ ਸਦਰਨ ਪਾਰਟ ਹੈ, ਜਿਹੜਾ ਸਾਊਥ ਹੈ, ਉਹਦੇ ਵਿੱਚ ਲਿਟਰੇਸੀ ਰੇਟ ਜ਼ਿਆਦਾ ਹੈ, ਠੀਕ ਹੈ, ਜ਼ਿਆਦਾ ਲੋਕੀ ਪੜ੍ਹੇ ਲਿਖੇ ਨੇ। ਸੋ ਉੱਥੇ ਕੀ ਹੈ ਕਿ ਲੋਕਾਂ ਦਾ ਲਿਵਿੰਗ ਸਟੈਂਡਰਡ ਅੱਛਾ ਹੈ, ਲੋਕਾਂ ਦੇ ਗੱਲਬਾਤ ਕਰਨ ਦਾ ਤਰੀਕਾ ਅੱਛਾ ਹੈ, ਲੋਕਾਂ ਦੀ ਜਿਹੜੀ ਲੋਕੀ ਜੋ ਚੀਜ਼ਾਂ ਪਰਚੇਜ਼ ਕਰਦੇ ਨੇ ਉਹ ਬਹੁਤ ਸੋਚ ਸਮਝ ਕੇ ਕਰਦੇ ਨੇ, ਠੀਕ ਹੈ। ਜੇ ਆਪਾਂ ਦੇਖੀਏ ਸਾਊਥ ਅਤੇ ਨੌਰਥ ਨੂੰ ਕੰਪੇਅਰ ਕਰੀਏ, ਠੀਕ ਹੈ, ਜਿਹੜੇ ਨੌਰਥ ਦੇ ਲੋਕੀ ਹੁੰਦੇ ਨੇ, ਨੌਰਥ ਇੰਡੀਆ ਦੇ, ਤਾਂ ਉਹਨਾਂ ਨੂੰ ਸਟੇਟਸ ਨਾਲ ਬਹੁਤ ਪਿਆਰ ਹੁੰਦਾ ਵੀ ਹਾਂ ਸਾਡੇ ਪੱਲੇ ਭਾਵੇਂ ਕੱਖ ਨਾ ਹੋਵੇ ਬਟ ਅਸੀਂ ਕੋਲ ਗੱਡੀ ਰੱਖਣੀ ਹੈ, ਹੈ ਨਾ। ਬਟ ਜੇ ਆਪਾਂ ਸਾਊਥ 'ਚ ਜਾਈਏ ਉਹ ਇਹਨਾਂ ਚੀਜ਼ਾਂ ਨੂੰ ਮੈਟਰ ਨਹੀਂ ਕਰਦੇ, ਠੀਕ ਹੈ। ਉਹਨਾਂ ਨੂੰ ਕੀ ਹੁੰਦਾ ਵੀ ਜਿੰਨੀ ਕੁ ਤੁਹਾਡੀ ਰਿਕੁਆਇਰਮੈਂਟ ਹੈ ਓਨੀ ਕੁ ਚੀਜ਼ ਖਰੀਦੋ, ਵਾਧੂ ਖਰੀਦਣ ਦੀ ਲੋੜ ਨਹੀਂ, ਸ਼ੋਅ ਆਫ ਕਰਨ ਦੀ ਲੋੜ ਨਹੀਂ, ਹੈ ਨਾ। ਪਰ ਜੇ ਉਹੀ ਆਪਾਂ ਨੌਰਥ 'ਚ ਆਈਏ ਤਾਂ ਲੋਕ ਕੀ ਕਰਦੇ, ਸ਼ੋਅ ਆਫ ਕਰਦੇ, ਠੀਕ ਹੈ। ਇਹ ਜਿਹੜਾ ਡਿਫਰੈਂਸ ਹੈ ਕਿਹਦੇ ਬੇਸ 'ਤੇ, ਐਜੂਕੇਸ਼ਨ 'ਤੇ, ਵੀ ਉੱਥੋਂ ਦੇ ਲੋਕਾਂ 'ਚ ਜਿਹੜੀ ਐਜੂਕੇਸ਼ਨ ਹੈ ਉਹ ਤੀਜੀ ਚੌਥੀ ਪੀੜ੍ਹੀ ਤੋਂ ਆ ਰਹੀ ਹੈ ਹੁਣ। ਬਟ ਨੌਰਥ 'ਚ ਕੀ ਹੈ ਕਿ ਆਪਣੀ ਜਿਹੜੀ ਹੁਣ ਵਾਲੀ ਜਿਹੜੀ ਪੀੜ੍ਹੀ ਹੈ, ਜਿਹੜੇ ਆਪਾਂ ਆ ਉਹਨਾਂ ਉਹੀ ਸਾਰੇ ਐਜੂਕੇਟਡ ਨੇ। ਜੇ ਆਪਾਂ ਆਪਣੇ ਤੋਂ ਪਿਛਲੇ ਵੇਖੀਏ, ਹੈ ਨਾ, ਉਹ 10ਵੀਂ ਤੱਕ ਪੜ੍ਹੇ ਨੇ ਜਾਂ 5ਵੀਂ ਤੱਕ ਪੜ੍ਹੇ ਨੇ। ਸੋ ਉਹਨਾਂ ਇਹਨਾਂ ਚੀਜ਼ਾਂ ਨਾਲ ਕੋਈ ਜ਼ਿਆਦਾ ਮਤਲਬ ਨਹੀਂ ਗਾ। ਸੋ ਕਹਿਣ ਦਾ ਕੀ ਮਤਲਬ ਹੈ ਕਿ ਲਿਟਰੇਸੀ ਰੇਟ ਹੈ ਜਿਹੜਾ ਉਹਦੇ 'ਤੇ ਵੀ ਡਿਪੈਂਡ ਕਰਦਾ ਵੀ ਕੰਪਨੀ ਕਿੰਨਾ ਕੁ ਸਕਸੈਸ ਕਰ ਸਕਦੀ ਹੈ ਕਿਸੇ ਕੰਟਰੀ ਵਿੱਚ, ਠੀਕ ਹੈ। ਕਿਉਂਕਿ ਹੁਣ ਕੰਪਨੀ ਨੇ ਜਿਹੜੀ ਐਡਵਰਟਾਈਜ਼ਮੈਂਟ ਦੇਣੀ ਹੈ, ਠੀਕ ਹੈ, ਜਿਹੜੀ ਪ੍ਰਮੋਸ਼ਨ ਕਰਨੀ ਹੈ ਮੇਨਲੀ ਕਿਹਦੇ ਹੁੰਦੀ ਹੈ, ਰਿਟਨ 'ਚ ਹੁੰਦੀ ਹੈ, ਠੀਕ ਹੈ। ਹੁਣ ਆ ਗਿਆ ਇੰਟਰਨੈਟ ਦੇ ਦੁਆਰਾ ਜਾਂ ਟੈਲੀਵਿਜ਼ਨ ਦੇ ਦੁਆਰਾ, ਬਟ ਪਹਿਲਾਂ ਕੀ ਹੁੰਦਾ ਸੀਗਾ, ਪੈਂਫਲੇਟਸ ਵਗੈਰਾ ਹੀ ਆਉਂਦੇ ਸੀਗੇ। ਸੋ ਜਿਹੜੇ ਲੋਕ ਪੜ੍ਹੇ ਲਿਖੇ ਸੀਗੇ ਉਹਨਾਂ ਨੂੰ ਹੀ ਪਤਾ ਲੱਗਦਾ ਸੀ ਵੀ ਕਿਹੜਾ ਪ੍ਰੋਡਕਟ ਹੈ, ਕਿਹੜੀ ਸਰਵਿਸ ਹੈ। ਜਿਹੜੇ ਦੂਜੇ ਹੁੰਦੇ ਸੀ ਉਹਨਾਂ ਨੂੰ ਨਹੀਂ ਸੀ ਪਤਾ ਲੱਗਦਾ, ਠੀਕ ਹੈ। ਬਟ ਅੱਜ ਦੇ ਟਾਈਮ 'ਚ ਚਲੋ ਦੂਜੀ ਔਰਲ ਐਡਵਰਟਾਈਜ਼ਮੈਂਟ ਵੀ ਹੋਣ ਲੱਗ ਗਈ, ਸੋ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ। ਨੈਕਸਟ ਦੇਖੋ ਰਾਜੇ, ਇਹਦੇ ਵਿੱਚ ਪੁਆਇੰਟ ਹੈ ਤੁਹਾਡਾ ਰਿਲੀਜਨ ਦਾ, ਠੀਕ ਹੈ। ਰਿਲੀਜਨ ਵਿੱਚ ਇਹ ਹੈ ਰਾਜੇ ਕਿ ਲੋਕੀ ਰਿਲੀਜਨ ਦੇ ਬੇਸ 'ਤੇ ਬਹੁਤ ਸਾਰੀਆਂ ਚੀਜ਼ਾਂ ਕਰਦੇ ਹੈ, ਖਰੀਦਦੇ ਹੈ, ਠੀਕ ਹੈ। ਜਿਵੇਂ ਆਪਾਂ ਹਿੰਦੂ ਕਲਚਰ ਦੇਖੀਏ, ਹੈ ਨਾ, ਹਿੰਦੂਸ 'ਚ ਕੀ ਹੁੰਦਾ ਕਿ ਛੋਟੇ ਛੋਟੇ ਫੈਸਟੀਵਲਸ ਬਹੁਤ ਮਨਾਏ ਜਾਂਦੇ ਆ, ਹੈ ਨਾ। ਉਹਨਾਂ ਫੈਸਟੀਵਲਸ 'ਤੇ ਲੋਕ ਸ਼ੋਪਿੰਗ ਕਰਦੇ ਆ, ਨਵੇਂ ਕੱਪੜੇ ਖਰੀਦਦੇ ਆ। ਸੋ ਕੀ ਹੈ ਵੀ ਉੱਥੋਂ ਦੇ ਹਿਸਾਬ ਨਾਲ ਜਿਹੜਾ ਕੰਟਰੀ 'ਚ ਰਿਲੀਜਨ ਚੱਲਦਾ, ਉੱਥੋਂ ਦੇ ਰਿਲੀਜਨ ਦੇ ਹਿਸਾਬ ਨਾਲ ਜੇ ਕੋਈ ਕੰਪਨੀ ਪ੍ਰੋਡਕਟ ਬਣਾਉਂਦੀ ਹੈ ਤਾਂ ਉਹਦੇ ਵਿਕਣ ਦੇ ਚਾਂਸਿਸ ਵੀ ਜ਼ਿਆਦਾ ਹੁੰਦੇ ਆ, ਠੀਕ ਹੈ। ਜਿਵੇਂ ਹੁਣ ਜਿਹੜੀ ਵਾਈਨ ਹੈ, ਜੇ ਤੁਹਾਨੂੰ ਪਤਾ ਹੋਵੇ, ਜਿਹੜੀ ਵਾਈਨ ਦਾ ਕੰਸੈਪਟ ਹੈ ਉਹ ਬਾਹਰਲੇ ਦੇਸ਼ਾਂ ਦਾ, ਵੈਸਟਰਨ ਦੇਸ਼ਾਂ ਦਾ, ਠੀਕ ਹੈ। ਜਿਵੇਂ ਆਪਾਂ ਰੋਟੀ ਨਾਲ ਲੱਸੀ ਪੀਂਦੇ ਹਾਂ, ਉਹ ਰੋਟੀ ਨਾਲ ਮਤਲਬ ਆਪਣੇ ਖਾਣੇ ਨਾਲ ਵਾਈਨ ਲੈਂਦੇ ਆ, ਹੈ ਨਾ। ਸੋ ਹੁਣ ਉਹ ਉਹਨਾਂ ਦਾ ਰਿਲੀਜਨ ਹੈ, ਉਹਨਾਂ ਦਾ ਕਲਚਰ ਹੈ, ਹੈ ਨਾ। ਹੁਣ ਉੱਥੇ ਵਾਈਨ ਜ਼ਿਆਦਾ ਵਿਕਦੀ ਹੈ, ਠੀਕ ਹੈ। ਜੇ ਹੋਈ ਇੰਡੀਆ ਵਿੱਚ ਆਪਾਂ ਕਹੀਏ, ਇੰਡੀਆ ਵਿੱਚ ਵਾਈਨ ਘੱਟ ਵਿਕੂਗੀ ਕਿਉਂਕਿ ਇੱਥੋਂ ਦਾ ਕਲਚਰ ਹੀ ਹੈ ਨਹੀਂ ਗਾ, ਰਿਲੀਜਨ ਹੀ ਹੈ ਨਹੀਂ ਗਾ, ਹੈ ਨਾ। ਸੇਮ ਵੇ ਨਾਲ ਜੇ ਆਪਾਂ ਕਹੀਏ ਵੀ ਵੈਸਟਰਨ ਵਿੱਚ ਲੱਸੀ ਵਿਕੂਗੀ ਤਾਂ ਉਹ ਵੀ ਪੋਸੀਬਲ ਨਹੀਂ ਕਿਉਂਕਿ ਉੱਥੇ ਉਹਨਾਂ ਦਾ ਰਿਲੀਜਨ ਹੈ ਨਹੀਂ ਗਾ, ਠੀਕ ਹੈ। ਸੋ ਕੀ ਹੈ ਕਿ ਤੁਹਾਡੇ ਰਿਲੀਜਨ 'ਤੇ ਡਿਪੈਂਡ ਕਰਦਾ ਵੀ ਤੁਸੀਂ ਕਿਹੋ ਜਿਹੀਆਂ ਚੀਜ਼ਾਂ ਨੂੰ ਐਕਸੈਪਟ ਕਰਦੇ ਹੋ, ਕਿਹੋ ਜਿਹੀਆਂ ਚੀਜ਼ਾਂ ਤੁਹਾਨੂੰ ਚੰਗੀਆਂ ਲੱਗਦੀਆਂ ਨੇ, ਕੀ ਕਰਦੇ ਹੋ, ਹੈ ਨਾ। ਤੁਹਾਡੇ ਸੈਂਟੀਮੈਂਟਸ ਕਿਹੋ ਜਿਹੇ ਨੇ, ਬਿਲੀਫ ਕਿਹੋ ਜਿਹੇ ਨੇ, ਉਹਦੇ 'ਤੇ ਡਿਪੈਂਡ ਹੈ। ਜਿਵੇਂ ਹੁਣ ਜਿਹੜੇ ਮੁਸਲਿਮਸ ਨੇ ਉਹਨਾਂ ਦਾ ਬਿਲੀਫ ਕੀ ਹੈ ਕਿ ਤੁਸੀਂ ਮੀਟ ਖਾ ਸਕਦੇ ਹੋ, ਹੈ ਨਾ। ਬਟ ਹਿੰਦੂ ਕਲਚਰ ਵਿੱਚ ਆਪਣੇ ਕੀ ਕਹਿੰਦੇ ਵੀ ਤੁਸੀਂ ਵੈਜੀਟੇਰੀਅਨ ਰਹਿਣਾ। ਸੋ ਹੁਣ ਜਿੱਥੇ ਮੁਸਲਿਮਸ ਜ਼ਿਆਦਾ ਨੇ ਉੱਥੇ ਮੀਟਸ ਦੀਆਂ ਸ਼ੌਪ ਵੀ ਜ਼ਿਆਦਾ ਹੁੰਦੀਆਂ ਨੇ ਕਿਉਂਕਿ ਉਹ ਵਿਕਦਾ ਮੀਟ ਉੱਥੇ। ਜਿੱਥੇ ਹਿੰਦੂਜ਼ ਜ਼ਿਆਦਾ ਹੁੰਦੇ ਨੇ ਉੱਥੇ ਵੈਜੀਟੇਰੀਅਨ ਸ਼ੌਪਸ ਜ਼ਿਆਦਾ ਹੁੰਦੀਆਂ ਨੇ ਕਿਉਂਕਿ ਉੱਥੇ ਕੀ ਹੈ,
ਲੋਕੀ ਵੈਜੀਟੇਰੀਅਨ ਫੂਡ ਖਾਂਦੇ ਆ। ਠੀਕ ਹੈ, ਸੋ ਰਿਲੀਜਨ 'ਤੇ ਵੀ ਡਿਪੈਂਡ ਕਰਦਾ ਹੈ ਵੀ ਕਿਹੜੀ ਚੀਜ਼ ਵਿਕੂਗੀ, ਕੀ ਮਾਰਕੀਟ ਨੂੰ ਐਸਟੈਬਲਿਸ਼ ਕਰਨਾ ਚਾਹੀਦਾ, ਕੀ ਉੱਥੇ ਐਡਵਰਟਾਈਜ਼ ਕਰਨਾ ਚਾਹੀਦਾ। ਠੀਕ ਹੈ, ਨੈਕਸਟ ਦੇਖੋ ਰਾਜੇ ਕਾਸਟ। ਕਾਸਟ ਵਿੱਚ ਇਹ ਆ ਜਾਂਦਾ ਰਾਜੇ ਕਿ ਸੁਸਾਇਟੀ ਡਿਵਾਈਡ ਕਿਹੜੇ ਬੇਸ 'ਤੇ ਕੀਤੀ ਗਈ ਹੈ। ਠੀਕ ਹੈ, ਕਾਸਟ ਰਿਲੀਜਨ ਦਾ ਹੀ ਇੱਕ ਸਬ ਪਾਰਟ ਕਹਿ ਲਓ ਬਣ ਜਾਂਦਾ। ਇਹਦੇ ਵਿੱਚ ਪਹਿਲਾਂ ਕੀ ਹੁੰਦਾ ਸੀਗਾ ਇੰਡੀਆ ਵਿੱਚ, ਜੇ ਤੁਹਾਨੂੰ ਨੌਲੇਜ ਹੋਵੇ, ਕਿ ਲੋਕਾਂ ਦੇ ਆਕਿਊਪੇਸ਼ਨ ਦੇ ਹਿਸਾਬ ਨਾਲ ਉਹਨਾਂ ਦੀ ਕਾਸਟ ਹੁੰਦੀ ਸੀ, ਹੈ ਨਾ। ਜਿਵੇਂ 4 ਤਰ੍ਹਾਂ ਨਾਲ ਹਿੰਦੂਜ਼ ਵੰਡੇ ਗਏ ਸੀਗੇ। ਕਿਹੜੇ 4 ਸੀਗੇ ਉਹ? ਹਾਂ, ਬ੍ਰਾਹਮਿਨਸ, ਕਸ਼ਤਰੀਆ, ਵੈਸ਼ਯ, ਸ਼ੂਦਰਾਜ। ਬ੍ਰਾਹਮਿਨਸ ਸਭ ਤੋਂ ਵੱਡੇ ਸੀਗੇ, ਹੈ ਨਾ, ਜਿਹੜੇ ਜਿਨ੍ਹਾਂ ਦੀ ਆਕਿਊਪੇਸ਼ਨ ਹੁੰਦੀ ਸੀਗੀ ਮੈਨੂੰ ਲੱਗਦਾ ਟੀਚਿੰਗ ਦੀ। ਕਸ਼ਤਰੀਆਜ਼ ਉਹ ਹੁੰਦੇ ਸੀ ਜਿਹੜੇ ਸੋਲਜਰਸ ਹੁੰਦੇ ਸੀ, ਹੈ ਨਾ। ਦੈਨ ਵੈਸ਼ਯ, ਸ਼ੂਦਰਾਜ ਉਹ ਹੁੰਦੇ ਸੀ ਜਿਹੜੇ ਲੇਬਰ ਵਰਕ ਕਰਦੇ ਹੁੰਦੇ ਸੀਗੇ। ਸੋ ਇਹ ਕਾਸਟ ਸਿਸਟਮ ਕਿਹਦੇ ਬੇਸ 'ਤੇ ਚੱਲਦਾ ਸੀਗਾ ਕਿ ਲੋਕਾਂ ਦਾ ਆਕਿਊਪੇਸ਼ਨ ਕਿਹੋ ਜਿਹਾ, ਉਹਨਾਂ ਦੀ ਇਨਕਮ ਕਿਹੋ ਜਿਹੀ ਹੈ, ਉਹਦੇ ਬੇਸ 'ਤੇ ਕੀ ਸੀਗਾ ਕਿ ਲੋਕ ਗੁੱਡਸ ਐਂਡ ਸਰਵਿਸਿਜ਼ ਖਰੀਦਦੇ ਸੀਗੇ। ਜਿਵੇਂ ਮਹਿੰਗੀਆਂ ਗੁੱਡਸ ਕੌਣ ਖਰੀਦਦਾ ਸੀਗਾ? ਬ੍ਰਾਹਮਿਨਸ ਐਂਡ ਕਸ਼ਤਰੀਆਸ। ਠੀਕ ਹੈ, ਕਿਉਂਕਿ ਉਹਨਾਂ ਕੋਲ ਇਨਕਮ ਸੋਰਸ ਜ਼ਿਆਦਾ ਸੀਗਾ। ਠੀਕ ਹੈ, ਚੀਪਰ ਗੁੱਡਸ ਜਾਂ ਗਿਫਨ ਗੁੱਡਸ ਕੌਣ ਖਰੀਦਦਾ ਸੀਗਾ? ਵੈਸ਼ਯਸ ਐਂਡ ਸ਼ੂਦਰੀਆਸ, ਕਿਉਂਕਿ ਉਹਨਾਂ ਦੀ ਇਨਕਮ ਘੱਟ ਸੀਗੀ। ਠੀਕ ਹੈ, ਬਟ ਜਿਵੇਂ ਇੰਡੀਆ ਡਿਵੈਲਪ ਹੋਇਆ, ਠੀਕ ਹੈ, ਅਤੇ ਇੰਡੀਅਨ ਗਵਰਨਮੈਂਟ ਨੇ ਕੀ ਕੀਤਾ ਵੀ ਇਹ ਕਾਸਟ ਸਿਸਟਮ ਇਰੇਜ਼ ਕਰਤਾ, ਹੈ ਨਾ। ਅਤੇ ਜਿਹੜੇ ਲੋਅਰ ਕਾਸਟ ਵਾਲੇ ਬੰਦੇ ਸੀਗੇ ਉਹਨਾਂ ਨੂੰ ਸੁਸਾਇਟੀ 'ਚ ਉੱਪਰ ਚੱਕਣ ਲਈ ਬਹੁਤ ਸਾਰੀਆਂ ਸਕੀਮਸ ਵਗੈਰਾ ਡਿਵੈਲਪ ਕੀਤੀਆਂ ਗਈਆਂ, ਜਿਨ੍ਹਾਂ ਕਰਕੇ ਉਹਨਾਂ ਕੋਲ ਇਨਕਮ ਆਈ, ਸੋਰਸ ਆਫ ਇਨਕਮ ਆਇਆ। ਠੀਕ ਹੈ, ਉਹਨਾਂ ਨੂੰ ਪਤਾ ਲੱਗਣ ਲੱਗਾ ਵੀ ਹਾਂ ਇਹ ਚੀਜ਼ਾਂ ਵੀ ਮਾਰਕੀਟ 'ਚ ਐਗਜ਼ਿਸਟ ਕਰਦੀਆਂ। ਸੋ ਕੀ ਹੈ ਅੱਜ ਦੇ ਟਾਈਮ 'ਚ ਜਿਹੜਾ ਪ੍ਰੋਡਕਟ ਹੈ, ਜਿਹੜੇ ਮਹਿੰਗੇ ਪ੍ਰੋਡਕਟ ਆ, ਸਿਰਫ ਅੱਪਰ ਕਲਾਸ ਹੀ ਨਹੀਂ ਖਰੀਦਦੀ, ਲੋਅਰ ਕਲਾਸ ਵੀ ਖਰੀਦਦੀ ਹੈ। ਠੀਕ ਹੈ, ਦੈਨ ਕਾਸਟ ਵਿੱਚ ਰਾਜੇ ਆਪਾਂ ਮੈਰਿਜਿਸ ਦੀ ਵੀ ਗੱਲ ਕਰ ਸਕਦੇ ਹੁੰਦੇ ਹਾਂ। ਮੈਰਿਜ, ਬਰਥ, ਡੈਥ। ਠੀਕ ਹੈ, ਇਹ ਜਿਹੜੇ 3 ਮੇਨ ਰਿਚੁਅਲਸ ਹੁੰਦੇ ਨੇ, ਠੀਕ ਹੈ, ਕਿ ਇਹ ਕਿੱਦਾਂ ਫੋਲੋ ਕੀਤੇ ਜਾਂਦੇ ਨੇ, ਇਹਨਾਂ ਵਿੱਚ ਕੀ ਕੀ ਚੀਜ਼ਾਂ ਦੀ ਰਿਕੁਆਇਰਮੈਂਟ ਹੁੰਦੀ ਹੈ। ਠੀਕ ਹੈ, ਉਹ ਸਾਰੀਆਂ ਚੀਜ਼ਾਂ ਕਾਸਟ ਵਿੱਚ ਹੀ ਆ ਜਾਂਦੀਆਂ। ਜਿਵੇਂ ਜੇ ਤੁਸੀਂ ਵੇਖਿਆ ਜਾਵੇ ਜਿੱਥੇ ਕ੍ਰਿਸਚਨਸ ਜ਼ਿਆਦਾ ਹੈ ਨਾ, ਉੱਥੇ ਉਹ ਬਾਕਸ ਜਿਹਾ ਬਣਾਉਂਦੇ ਹੁੰਦੇ ਆ ਵੀ ਲੋਕ ਜਦੋਂ ਜਿੰਨਾ ਡੈਥ ਹੋਊਗੀ ਤਾਂ ਉਹ ਬਾਕਸ 'ਚ ਰੱਖਣਗੇ, ਹੈ ਨਾ, ਉਹਨਾਂ ਨੂੰ, ਅਤੇ ਉਹ ਦਫਨ ਕਰਨਗੇ ਉਹਨਾਂ ਨੂੰ। ਵੇਅਰਐਜ਼ ਜੇ ਆਪਾਂ ਹਿੰਦੂਇਜ਼ਮ ਦੀ ਗੱਲ ਕਰੀਏ ਜਾਂ ਸਿੱਖਇਜ਼ਮ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੀ ਹੈ ਕਿ ਲੱਕੜਾਂ 'ਚ, ਹੈ ਨਾ, ਜਲਾਇਆ ਜਾਂਦਾ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਹੈ। ਸੋ ਉੱਥੇ ਕਿਹੜੀਆਂ ਚੀਜ਼ਾਂ ਜ਼ਿਆਦਾ ਪਾਈਆਂ ਜਾਂਦੀਆਂ ਡੈਥ ਦੇ ਟਾਈਮ 'ਤੇ? ਲੱਕੜਾਂ। ਸੋ ਕਹਿਣ ਦਾ ਕੀ ਭਾਵ ਆ ਕਿ ਜਿਹੋ ਜਿਹੀ ਕਾਸਟ ਹੋਊਗੀ, ਜਿਹੋ ਜਿਹੇ ਲੋਕਾਂ ਦੇ ਬਿਲੀਫ ਹੋਣਗੇ, ਹੈ ਨਾ, ਉਹੋ ਜਿਹੀਆਂ ਚੀਜ਼ਾਂ ਉੱਥੇ ਵਿਕਣਗੀਆਂ। ਠੀਕ ਹੈ, ਤੁਸੀਂ ਉਹਨਾਂ ਦੋਵਾਂ ਨੂੰ ਲਿੰਕ ਕਰਨਾ ਆਪਸ ਵਿੱਚ। ਜਿਵੇਂ ਮੈਰਿਜ ਦੀ ਗੱਲ ਕਰ ਲਓ, ਕਿ ਜਿਹੜੇ ਮੁਸਲਿਮਸ ਹੁੰਦੇ ਨੇ, ਠੀਕ ਹੈ, ਉਹਨਾਂ ਦੇ ਵਿਆਹ ਅੱਡ ਢੰਗ ਨਾਲ ਹੁੰਦੇ ਨੇ, ਜਿਹੜੀ ਹਿੰਦੂਇਜ਼ਮ ਹੁੰਦੀ ਹੈ ਉਹਨਾਂ ਦੇ ਅੱਡ ਢੰਗ ਨਾਲ ਹੁੰਦੇ ਆ। ਸੋ ਅੱਡ ਰਿਚੁਅਲਸ ਹੁੰਦੇ ਆ, ਅੱਡ ਚੀਜ਼ਾਂ ਉਹਨਾਂ ਵਿੱਚ ਬਣਾਈਆਂ ਜਾਂਦੀਆਂ ਜਾਂ ਲੈ ਕੇ ਅੱਗੇ ਦਿੱਤੀਆਂ ਜਾਂਦੀਆਂ, ਹੈ ਨਾ। ਸੋ ਉਹਨਾਂ ਚੀਜ਼ਾਂ ਦੀ ਡਿਮਾਂਡ ਹੁੰਦੀ ਹੈ ਜਿੱਥੇ ਜਿਹੜੀ ਕਾਸਟ ਵੱਧ ਹੋਵੇ। ਜਿਵੇਂ ਜਿੱਥੇ ਹੁਣ ਹਿੰਦੂਇਜ਼ਮ ਵੱਧ ਹੈ ਉੱਥੇ ਜਿਹੜੀਆਂ ਕੱਚ ਦੀਆਂ ਚੂੜੀਆਂ ਹੁੰਦੀਆਂ ਨੇ, ਲਾਲ ਰੰਗ ਦੀਆਂ, ਹਰੇ ਰੰਗ ਦੀਆਂ, ਹੈ ਨਾ, ਅਤੇ ਬਿੰਦੀ ਵਗੈਰਾ ਆ, ਉਹ ਚੀਜ਼ਾਂ ਜ਼ਿਆਦਾ ਵਿਕਣਗੀਆਂ। ਜੇ ਹੁਣ ਆਪਾਂ ਮੁਸਲਿਮਸ ਦੀ ਗੱਲ ਕਰੀਏ, ਉੱਥੇ ਕੀ ਹੈ, ਕਾਲੇ ਰੰਗ ਦੇ ਜਿਹੜੇ ਬੁਰਕੇ ਹੁੰਦੇ ਆ ਉਹ ਜ਼ਿਆਦਾ ਵਿਕਦੇ ਹੈ, ਹੈ ਨਾ। ਸੋ ਇਹ ਚੀਜ਼ ਆ ਕਿ ਮਤਲਬ ਜਿੱਥੇ ਜਿਹੋ ਜਿਹੇ ਪਰਸਨ ਹੈ ਉੱਥੇ ਉਹੋ ਜਿਹਾ ਪ੍ਰੋਡਕਟ ਵਿਕਦਾ। ਠੀਕ ਹੈ, ਲਾਸਟ ਪੁਆਇੰਟ ਦੇਖੋ ਰਾਜੇ, ਫੈਸਟੀਵਲਸ ਐਕਚੁਅਲੀ। ਠੀਕ ਹੈ, ਫੈਸਟੀਵਲਸ ਵਿੱਚ ਕੀ ਹੈ ਕਿ ਕਿਹੋ ਜਿਹੇ ਫੰਕਸ਼ਨਸ ਹੁੰਦੇ ਹੈ। ਠੀਕ ਹੈ, ਜਿਵੇਂ ਆਪਾਂ ਜੇ ਦੀਵਾਲੀ ਅਤੇ ਧਨਤੇਰਸ ਦੀ ਗੱਲ ਕਰੀਏ, ਠੀਕ ਹੈ, ਇਹਨਾਂ ਦੋਵਾਂ ਫੈਸਟੀਵਲਸ 'ਤੇ ਲੋਕ ਬਹੁਤ ਸਾਰਾ ਸਮਾਨ ਖਰੀਦਦੇ ਆ, ਕਿਉਂਕਿ ਲੱਕੀ ਮੰਨਿਆ ਜਾਂਦਾ ਵੀ ਇਹਨਾਂ ਫੈਸਟੀਵਲਸ 'ਤੇ ਸਮਾਨ ਖਰੀਦਾਂਗੇ ਤਾਂ ਅੱਛਾ ਹੋਊਗਾ। ਸੋ ਜਿਹੜਾ ਕੰਪਨੀ ਹੁੰਦੀ ਹੈ ਜਾਂ ਮਾਰਕੀਟਰਸ ਕੀ ਹੁੰਦੇ ਆ, ਉਦੋਂ ਸੇਲ ਲਗਾ ਦਿੰਦੇ ਆ ਪ੍ਰੋਡਕਟਸ 'ਤੇ। ਠੀਕ ਹੈ, ਤਾਂ ਕਿ ਉਹਨਾਂ ਦਾ ਵੱਧ ਤੋਂ ਵੱਧ ਸਮਾਨ ਵਿਕੇ, ਜ਼ਿਆਦਾ ਕੁਆਂਟਿਟੀ ਸੇਲ ਹੋਵੇ, ਹੈ ਨਾ। ਲੱਗਦੀ ਹੈ ਨਾ ਦੀਵਾਲੀ ਸੇਲ ਸਾਰਿਆਂ 'ਤੇ। ਸੋ ਕੀ ਆ ਉਹ
ਇੱਕ ਤਰ੍ਹਾਂ ਨਾਲ ਆਪਣਾ ਪ੍ਰੋਡਕਟ ਪ੍ਰਮੋਟ ਕਰਨ ਦੀ ਗੱਲ ਹੁੰਦੀ ਹੈ ਵੀ ਹਾਂ ਜੇ ਤੁਸੀਂ ਸਾਡਾ ਪ੍ਰੋਡਕਟ ਲੈ ਰਹੇ ਹੋ ਤਾਂ ਅਸੀਂ ਦੀਵਾਲੀ ਕਰਕੇ ਤੁਹਾਨੂੰ ਡਿਸਕਾਊਂਟ 'ਤੇ ਵੇਚ ਰਹੇ ਹਾਂ। ਉਹਦੇ ਨਾਲ ਜਿਹੜੀ ਕੰਪਨੀ ਹੁੰਦੀ ਉਹਦੀ ਗੁੱਡਵਿਲ ਵੱਧਦੀ ਹੈ, ਠੀਕ ਹੈ। ਧਨਤੀਰਸ 'ਤੇ ਪਤਾ ਵੀ ਲੋਕ ਗੋਲਡ ਖਰੀਦਦੇ ਆ, ਹੈ ਨਾ। ਤਾਂ ਉਦੋਂ ਕੀ ਹੈ, ਜੇ ਧਨਤੀਰਸ ਦੇ ਆਲੇ ਦੁਆਲੇ ਤੁਸੀਂ ਦੇਖਿਆ ਕਰੋ ਵੀ ਜਿਹੜੀ TV 'ਤੇ, ਰੇਡੀਓ 'ਤੇ ਜਾਂ ਇੰਟਰਨੈਟ 'ਤੇ ਹੈ ਨਾ ਡਿਫਰੈਂਟ ਜਵੈਲਰਸ ਦੀ ਡਿਮਾਂਡ ਬਹੁਤ ਆਉਣ ਲੱਗ ਜਾਂਦੀ ਹੈ। ਜਾਂ ਜਿਵੇਂ ਤੁਸੀਂ ਵੇਖਿਆ ਹੋਏਗਾ ਕਿ ਜਦੋਂ ਰੱਖੜੀ ਦਾ ਤਿਉਹਾਰ ਹੁੰਦਾ ਹੈ ਨਾ, ਅਤੇ ਉਦੋਂ ਥਾਂ ਥਾਂ 'ਤੇ ਕਿਹੜੀ ਐਡਵਰਟਾਈਜ਼ਮੈਂਟ ਹੁੰਦੀ ਹੈ, ਕੈਡਬਰੀ ਦੀ, ਕੁਛ ਮੀਠਾ ਹੋ ਜਾਏ ਹੈ ਨਾ, ਰਾਖੀ ਪੇ ਕੈਡਬਰੀ ਦੇਣਾ, ਚੋਕਲੇਟਸ ਦੇਣਾ ਹੈ ਨਾ। ਉਹ ਕੀ ਹੈ, ਇੱਕ ਤਰ੍ਹਾਂ ਦਾ ਲੋਕਾਂ ਦੇ ਜਿਹੜੇ ਫੈਸਟੀਵਲ ਹੈ, ਲੋਕ ਜਿਹੜੀ ਚੀਜ਼ ਨੂੰ ਮਨਾਉਂਦੇ ਆ ਹੈ ਨਾ, ਉਹ ਚੀਜ਼ ਨੂੰ ਟਾਰਗੇਟ ਕਰਕੇ ਆਪਣਾ ਪ੍ਰੋਡਕਟ ਵੇਚਣ ਦੀ ਕੋਸ਼ਿਸ਼ ਕਰਦੇ ਆ। ਉਹ ਕਿਹਦੇ ਬੇਸ 'ਤੇ ਹੁੰਦਾ, ਫੈਸਟੀਵਲਸ ਦੇ ਬੇਸ 'ਤੇ, ਠੀਕ ਹੈ। ਹੁਣ ਜਿਵੇਂ ਬਾਹਰਲੇ ਦੇਸ਼ ਜਿਹੜੇ ਹੁੰਦੇ ਨੇ, ਉੱਥੇ ਲੋਕਾਂ ਨੂੰ ਕ੍ਰਿਸਮਸ ਅਤੇ ਨਿਊ ਈਅਰ ਦੀਆਂ ਛੁੱਟੀਆਂ ਹੁੰਦੀਆਂ ਨੇ 10 ਦਿਨਾਂ ਦੀਆਂ, ਠੀਕ ਹੈ। ਅਤੇ ਉੱਥੇ ਉਦੋਂ ਕੀ ਹੁੰਦਾ, ਲੋਕਾਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਟਰੈਵਲ ਪੈਕੇਜਿਸ ਦੇ ਛੂਟਸ ਉਹ ਦਿੱਤੀ ਜਾਂਦੀ ਹੈ, ਡਿਸਕਾਊਂਟ ਦਿੱਤੇ ਜਾਂਦੇ ਆ ਵੀ ਤੁਸੀਂ ਘੁੰਮਣ ਜਾਓ ਕਿਉਂਕਿ ਤੁਹਾਡੇ ਕੋਲ 10 ਦਿਨਾਂ ਦੀਆਂ ਛੁੱਟੀਆਂ, ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਕਲੈਕਟਿਵਲੀ ਕਿਹਦੇ 'ਤੇ ਬੇਸ ਹੈ ਵੀ ਆਪਣਾ ਜਿਹੜਾ ਆਹ ਕਲਚਰਲ ਕੰਪੋਨੈਂਟ ਹੈ, ਫੈਮਿਲੀ, ਕਾਸਟਿਊਮ, ਫੂਡ ਹੈਬਿਟ, ਲੈਂਗੁਏਜ, ਰਿਲੀਜਨ, ਫੈਸਟੀਵਲ, ਇਹਨਾਂ ਦੇ ਹਿਸਾਬ ਨਾਲ ਮਾਰਕੀਟਰ ਜਾਂ ਕੰਪਨੀ ਵਾਲੇ ਆਪਣਾ ਪ੍ਰੋਡਕਟ ਚੂਜ਼ ਕਰਦੇ ਆ। ਉੱਤੇ ਸੇਲ ਵੀ ਲਗਾ ਸਕਦੇ ਆ, ਪ੍ਰਾਈਸ ਵੀ ਡਿਸਾਈਡ ਕਰ ਸਕਦੇ ਆ, ਠੀਕ ਹੈ। ਇਹ ਦੇਖ ਸਕਦੇ ਆ ਵੀ ਕਿਹੜਾ ਪ੍ਰੋਡਕਟ ਕਿੱਥੇ ਵਿਕੂਗਾ, ਕਿੱਥੇ ਉਹਨਾਂ ਦੇ ਪ੍ਰੋਡਕਟ ਦੇ ਕਸਟਮਰ ਜ਼ਿਆਦਾ ਨੇ, ਡਿਪੈਂਡਿੰਗ ਅਪੋਨ ਫੂਡ ਹੈਬਿਟਸ, ਫੈਸਟੀਵਲ, ਰਿਲੀਜਨ, ਠੀਕ ਹੈ। ਓਕੇ, ਲਾਸਟ 'ਚ ਤੁਸੀਂ ਰਾਜੇ ਇਹ ਲਿਖ ਸਕਦੇ ਹੋ ਕਿ ਜਿਹੜੀ ਇੰਡੀਅਨ ਮਾਰਕੀਟ ਹੈ, ਇੰਡੀਅਨ ਮਾਰਕੀਟਿੰਗ ਇਨਵਾਇਰਮੈਂਟ ਹੈ, ਠੀਕ ਹੈ, ਉਹ ਰਾਜੇ ਵੱਧ ਰਿਹਾ, ਠੀਕ ਹੈ, ਕਿਉਂਕਿ ਬਹੁਤ ਸਾਰੀ ਡਿਵੈਲਪਮੈਂਟ ਹੋ ਰਹੀ ਹੈ, ਪਾਪੂਲੇਸ਼ਨ ਜ਼ਿਆਦਾ ਹੈ, ਗਵਰਨਮੈਂਟ ਬਹੁਤ ਸਾਰੇ ਸਟੈਪ ਇਹੋ ਜਿਹੇ ਲੈ ਰਹੀ ਹੈ ਜਿਹਦੇ ਕਰਕੇ ਇੰਡਸਟਰੀਜ਼ ਨੂੰ ਫਾਇਦਾ ਹੋਵੇ, ਠੀਕ ਹੈ। ਕੰਪੀਟੀਸ਼ਨ ਵੱਧ ਰਿਹਾ, ਉਹਦੇ ਕਰਕੇ ਕੀ ਹੈ, ਕਸਟਮਰ ਨੂੰ ਵੈਰਾਈਟੀ ਜ਼ਿਆਦਾ ਮਿਲ ਰਹੀ ਹੈ, ਚੋਇਸ ਜ਼ਿਆਦਾ ਮਿਲ ਰਹੀ ਹੈ, ਪ੍ਰਾਈਸ ਕੰਪੀਟੀਟਿਵ ਹੋ ਰਿਹਾ, ਠੀਕ ਹੈ, ਕਿਉਂਕਿ ਜਿਹੜੇ ਕੰਪੀਟੀਟਰਸ ਨੇ ਉਹਨਾਂ ਨੂੰ ਇਹ ਵੇ ਵੀ ਕਸਟਮਰ ਸਾਡਾ ਹੀ ਪ੍ਰੋਡਕਟ ਖਰੀਦੇ, ਠੀਕ ਹੈ। ਬਹੁਤ ਸਾਰੀ ਟੈਕਨੋਲੋਜੀ ਡਿਵੈਲਪਮੈਂਟ ਹੋ ਰਹੀ ਹੈ, ਨਵੇਂ ਪ੍ਰੋਡਕਟਸ ਮਾਰਕੀਟ ਵਿੱਚ ਆ ਰਹੇ ਹੈ। ਕਹਿਣ ਦਾ ਕੀ ਭਾਵ ਆ ਵੀ ਤੁਸੀਂ ਐਂਡ 'ਚ ਇਹ ਲਿਖ ਸਕਦੇ ਹੋ ਵੀ ਜਿਹੜੀ ਇੰਡੀਅਨ ਇਕਨੋਮਿਕ ਜਾਂ ਇੰਡੀਅਨ ਇਨਵਾਇਰਮੈਂਟ ਹੈ, ਠੀਕ ਹੈ, ਇੰਡੀਅਨ ਮਾਰਕੀਟਿੰਗ ਇਨਵਾਇਰਮੈਂਟ ਹੈ, ਉਹ ਕੀ ਹੈ, ਇਕਨੋਮਿਕ ਪ੍ਰੋਸਪੈਰਿਟੀ ਐਂਡ ਮੋਡਰਨਾਈਜੇਸ਼ਨ ਦੇ ਵੱਲ ਜਾ ਰਿਹਾ। ਕਿਹਦੇ ਵੱਲ, ਇਕਨੋਮਿਕ ਪ੍ਰੋਸਪੈਰਿਟੀ ਐਂਡ ਮਾਡਰਨਿਜ਼ਮ ਦੇ ਵੱਲ ਜਾ ਰਹੇ ਹੈ, ਠੀਕ ਹੈ। ਉਹਦੇ ਤੁਸੀਂ ਇਹੀ ਰੀਜ਼ਨ ਦੇ ਸਕਦੇ ਹੋ ਜਿਹੜੇ ਮੈਂ ਹੁਣ ਤੁਹਾਨੂੰ ਦੱਸੇ ਹੈ, ਠੀਕ ਹੈ। ਚਲੋ ਇੰਨਾ ਹੀ ਸੀਗਾ ਰਾਜੇ ਇਹ। ਓਕੇ।